ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 24 ਅਗਸਤ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਇਟਲੀ ਦੇ ਵਿੱਚ ਆਏ ਭੂਚਾਲ ਦੇ ਕਾਰਨ 160 ਤੋਂ ਵੱਧ ਲੋਕਾਂ ਦੀ ਮਾਰੇ ਜਾਣ ਦੀ ਖਬਰ ਆਈ ਹੈ ਤੇ ਇਸ ਦੇ ਵਿੱਚ 370 ਦੇ ਤਕਰੀਬ ਲੋਕ ਜ਼ਖਮੀ ਹੋਏ ਹਨ। ਸੈਂਟਰਲ ਇਟਲੀ ਦੇ ਮਾਊਂਟੇਨਸ ਦੇ ਵਿੱਚ ਆਇਆ ਇਹ ਭੂਚਾਲ ਕਾਫੀ ਤਬਾਹੀ ਦੀ ਖਬਰ ਲੈ ਕੇ ਆਇਆ। ਇਟਲੀ ਦੇ ਸਿਹਤ ਮੰਤਰੀ ਬੇਟਰੀਸ ਲੋਰੈਂਜ਼ਿਨ ਨੇ ਦੱਸਿਆ ਕਿ ਇਸ ਭੂਚਾਲ ਦੇ ਕਾਰਨ ਮਾਰੇ ਗਏ ਲੋਕਾਂ ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਿਲ ਸਨ। ਅਧਿਕਾਰੀਆਂ ਦੁਆਰਾ ਜਾਇਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ। ਹਜੇ ਅਧਿਕਾਰੀ ਮਲਬਾ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਹਨ ਅਤੇ ਇਸ ਮਲਬੇ ਦੇ ਹੇਠਾਂ ਹੋਰ ਵੀ ਲੋਕ ਦੱਬੇ ਹੋ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਦੇ ਹੇਠੋਂ ਨਿਕਲੇ ਲੋਕਾਂ ਦੇ ਵਿੱਚੋਂ 90% ਲੋਕ ਮਰ ਚੁੱਕੇ ਹਨ ਅਤੇ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਉਹ ਲੋਕਾਂ ਨੂੰ ਪਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਨ। ਇਟਲੀ ਦੇ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ 6.2 ਦੱਸੀ ਜਾਂਦੀ ਹੈ। ਇਹ ਭੂਚਾਲ ਇਟਲੀ ਦੇ ਲੋਕਲ ਟਾਈਮ ਸਵੇਰੇ 3:30 ਵਜੇ ਆਇਆ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਰੇਲਾ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦੇ ਹੋਏ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਇਟਲੀ ਦੇ ਸਿਟੀਜ਼ਨ ਦੇ ਲਈ ਅਮਰੀਕਾ ਤੋਂ ਦੁਆਵਾਂ ਭੇਜੀਆਂ। ਇਸ ਤੋਂ ਪਹਿਲਾਂ 1997 ਦੇ ਵਿੱਚ ਆਏ ਸੈਂਟਰਲ ਇਟਲੀ ਦੇ ਵਿੱਚ ਭੂਚਾਲ ਦੇ ਕਾਰਨ ਕਈ ਸੈਂਕੜੇ ਲੋਕ ਮਾਰੇ ਗਏ ਸਨ। ਇਟਲੀ ਦੇ ਨਾਲ ਮਿਆਂਮਾਰ ਦੇ ਵਿੱਚ ਵੀ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਦੇ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਇਸ ਭੂਚਾਲ ਦੇ ਨਾਲ ਕਈ ਪੁਰਾਣੀਆਂ ਇਤਿਹਾਸਿਕ ਬੁੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਮਿਆਂਮਾਰ ਦੇ ਵਿੱਚ ਆਏ ਇਸ 6.8 ਦੇ ਭੂਚਾਲ ਦੇ ਝਟਕੇ ਥਾਈਲੈਂਡ ਦੇ ਤੱਕ ਮਹਿਸੂਸ ਕੀਤੇ ਗਏ। ਮਿਆਂਮਾਰ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਨੇ ਦੱਸਿਆ ਹੈ ਕਿ ਇਸ ਭੂਚਾਲ ਦੇ ਕਾਰਨ ਬੁੱਧ ਇਤਿਹਾਸ ਦੀਆਂ ਪੁਰਾਣੀਆਂ ਘੱਟੋ-ਘੱਟ 100 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਏਰੀਏ ਦੇ ਵਿੱਚ ਘੱਟ ਜਨਸੰਖਿਆ ਕਾਰਨ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਨਹੀਂ ਆਈ। ਇਸ ਤੋਂ ਪਹਿਲਾਂ ਥਾਈਲੈਂਡ ਦੇ ਨੇੜੇ ਬਾਰਡਰ ਦੇ ਵਿੱਚ ਆਏ 2011 ਦੇ ਵਿੱਚ ਭੂਚਾਲ ਦੇ ਕਾਰਨ 74 ਲੋਕ ਮਾਰੇ ਗਏ ਸਨ। ਕੁਦਰਤੀ ਆਫਤ ਦਾ ਕਹਿਰ ਇਟਲੀ ਤੋਂ ਲੈ ਕੇ ਮਿਆਂਮਾਰ ਅਤੇ ਉਸ ਤੋਂ ਬਾਅਦ ਅਮਰੀਕਾ ਤੱਕ ਰਿਹਾ। ਅਮਰੀਕਾ ਦੇ ਇੰਡੀਆਨਾ ਦੇ ਵਿੱਚ ਆਏ ਇੱਕ ਟੋਰਨੇਡੋ ਦੇ ਕਾਰਨ ਕਾਫੀ ਹਾਊਸ ਸਟਾਰਬਕਸ ਦੀ ਛੱਤ ਡਿੱਗ ਪਈ ਅਤੇ ਇੱਥੇ ਵੀ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਜਾਰੀ ਕਰਦੇ ਹੋਏ ਦੱਸਿਆ ਕਿ ਕੋਕੋਮੋ ਤੋਂ 10 ਮੀਲ ਦੂਰ ਅਤੇ ਇੰਡੀਆਨਾਪੋਲਿਸ ਤੋਂ 40 ਮੀਲ ਦੀ ਦੂਰੀ ਦੇ ਉੱਤੇ 2 ਟੋਰਨੇਡੋ ਸਟ੍ਰਕ ਕੀਤੇ। ਇਸ ਦੇ ਕਾਰਨ ਬਹੁਤ ਸਾਰੇ ਘਰਾਂ ਦੀਆਂ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਆਏ ਤੂਫਾਨ ਦੇ ਕਾਰਨ ਤਕਰੀਬਨ 12,000 ਘਰਾਂ ਦੇ ਵਿੱਚ ਬਿਜਲੀ ਦੀਆਂ ਲਾਈਨਾਂ ਠੱਪ ਹੋ ਚੁੱਕੀਆਂ ਹਨ। ਲੋਕਾਂ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਮੌਸਮ ਵਿਭਾਗ ਦੇ ਕਾਰਨ ਇਸੇ ਤਰ੍ਹਾਂ ਦਾ ਹੋਰ ਟੋਰਨੇਡੋ ਇਸ ਏਰੀਆ ਦੇ ਵਿੱਚ ਆ ਸਕਦਾ ਹੈ। ਇੰਡੀਆਨਾ ਦੀ ਯੂਨੀਵਰਸਿਟੀ ਨੇ ਇਸ ਨੂੰ ਦੇਖਦੇ ਹੋਏ ਕੈਂਪਸ ਦੀਆਂ ਸਾਰੀਆਂ ਇਵੈਂਟਸ ਨੂੰ ਰੱਦ ਕਰ ਦਿੱਤਾ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਅਮਰੀਕਨ ਯੂਨੀਵਰਸਿਟੀ ਦੇ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇੱਕ ਵਿਅਕਤੀ ਦੀ ਮਾਰੇ ਜਾਣ ਦੀ ਖਬਰ ਆਈ ਹੈ ਅਤੇ ਇਸ ਦੇ ਵਿੱਚ 21 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਹੋਏ ਇਸ ਹਮਲੇ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਮਾਰਿਆ ਗਿਆ ਅਤੇ 21 ਸਟੂਡੈਂਟਸ ਜ਼ਖਮੀ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਆ ਕੇ ਉੱਥੇ ਵਿਸਫੋਟ ਕੀਤੇ ਅਤੇ ਬਾਅਦ ਦੇ ਵਿੱਚ ਗਨ ਦੇ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਹਜੇ ਇਹ ਸਾਫ਼ ਨਹੀਂ ਹੋਇਆ ਸੀ ਕਿ ਹਮਲਾਵਰਾਂ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਜਾਂ ਫਿਰ ਨਹੀਂ। ਚਾਹੇ ਉਸ ਦਾ ਨਾਮ ਅਮਰੀਕਨ ਯੂਨੀਵਰਸਿਟੀ ਹੋਵੇ, ਪਰ ਦੱਸਿਆ ਜਾਂਦਾ ਹੈ ਕਿ ਬਹੁਤ ਘੱਟ ਅਮਰੀਕਨਜ਼ ਉਸ ਸਕੂਲ ਦੇ ਵਿੱਚ ਪੜ੍ਹਦੇ ਸਨ, ਪਰ ਫਿਰ ਵੀ ਉਸ ਬਿਲਡਿੰਗ ਦੇ ਵਿੱਚ ਕਈ ਅਮਰੀਕਨ ਫਸੇ ਹੋਏ ਹਨ। ਇਹ ਸਕੂਲ ਅਫਗਾਨਿਸਤਾਨ ਅਤੇ ਯੂਨਾਈਟਿਡ ਸਟੇਟਸ ਦੇ ਰਿਸ਼ਤੇ ਨੂੰ ਦਰਸਾਉਂਦਾ ਹੋਇਆ ਇੱਕ ਆਪਸੀ ਸਾਂਝ ਬਣਾਉਣ ਦਾ ਸਿੰਬਲ ਹੈ। ਟਰਕੀ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਟਰਕੀ ਨੇ ਆਪਣੇ ਮਿਲਟਰੀ ਟੈਂਕਸ ਹੁਣ ਸੀਰੀਆ
ਦੇ ਵਿੱਚ ਭੇਜ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰਕੀ ਨੇ ਇਹ ਟੈਂਕਸ ਆਈਸਿਸ ਦੇ ਖਿਲਾਫ ਲੜਨ ਦੇ ਲਈ ਸੀਰੀਆ ਦੇ ਵਿੱਚ ਭੇਜੇ ਹਨ। ਟਰਕੀ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਉੱਤੇ ਕਾਫੀ ਅੱਤਵਾਦੀ ਹਮਲੇ ਹੋਏ ਹਨ, ਸੋ ਉਹਨਾਂ ਹਮਲਿਆਂ ਦੇ ਕਰਕੇ ਹੁਣ ਟਰਕੀ ਖੁੱਲ੍ਹ ਕੇ ਆਈਸਿਸ ਦੇ ਖਿਲਾਫ ਲੜਨ ਦੇ ਲਈ ਮੈਦਾਨ ਦੇ ਵਿੱਚ ਆ ਰਿਹਾ ਹੈ। ਪਰ ਜਾਣਕਾਰ ਦੱਸ ਰਹੇ ਹਨ ਕਿ ਟਰਕੀ ਦਾ ਸੀਰੀਆ ਦੇ ਵਿੱਚ ਮਿਲਟਰੀ ਲੈ ਕੇ ਆਉਣਾ ਸਿਰਫ ਆਈਸਿਸ ਦੇ ਨਾਲ ਲੜਨਾ ਹੀ ਮਕਸਦ ਨਹੀਂ ਹੈ, ਬਲਕਿ ਇੱਥੇ ਉਹ ਕੁਰਦਿਸ਼ ਫਾਈਟਰਸ ਨੂੰ ਵੀ ਖਤਮ ਕਰਨਾ ਚਾਹੁੰਦੇ ਹਨ, ਜੋ ਕਿ ਟਰਕੀ ਦੇ ਵਿੱਚ ਕਈ ਬੰਬ ਬਲਾਸਟ ਕਰ ਚੁੱਕੇ ਹਨ। ਟਰਕੀ ਦੇ ਰਾਸ਼ਟਰਪਤੀ ਐਰਡੋਗਨ ਨੇ ਉੱਤਰੀ ਸੀਰੀਆ ਦੇ ਵਿੱਚ ਅੱਤਵਾਦੀ ਖਿਲਾਫ ਇਹ ਲੜਾਈ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਜੋ ਅੱਤਵਾਦੀ ਸੰਗਠਨ ਜਿਨ੍ਹਾਂ ਦੇ ਵਿੱਚ ਆਈਸਿਸ ਅਤੇ PYD ਉਹਨਾਂ ਨੇ ਨਾਮ ਲੈਂਦੇ ਹੋਏ ਕਿਹਾ ਕਿ ਜੋ ਕਿ ਟਰਕੀ ਦੀ ਸੁਰੱਖਿਆ ਦੇ ਲਈ ਖਤਰਾ ਹਨ, ਉਹਨਾਂ ਦੇ ਖਿਲਾਫ ਉਹ ਲੜਾਈ ਲੜਨਗੇ। ਟਰਕੀ ਦੀ ਫੋਰਸ ਨੇ ਦੱਸਿਆ ਕਿ ਉਹ ਆਈਸਿਸ ਦੇ ਖਿਲਾਫ ਮਿਲ ਕੇ ਜੋ ਜੰਗ ਲੜੀ ਜਾ ਰਹੀ ਹੈ ਉਸ ਦੇ ਨਾਲ ਮਿਲ ਕੇ ਆਈਸਿਸ ਦੇ ਖਿਲਾਫ ਲੜਾਈ ਲੜਨਗੇ। US ਡਿਫੈਂਸ ਆਫੀਸ਼ਲ ਨੇ CNN ਨੂੰ ਦਿੱਤੀ ਇੱਕ ਖਬਰ ਦੇ ਵਿੱਚ ਦੱਸਿਆ ਕਿ ਆਈਸਿਸ ਦੇ ਖਿਲਾਫ ਲੜਾਈ ਦੇ ਵਿੱਚ US ਨੇ 8 에ਅਰ ਸਟ੍ਰਾਈਕਸ ਕੀਤੀਆਂ ਹਨ, ਜਿਨ੍ਹਾਂ ਨੇ ਇੱਕ ਸ਼ਹਿਰ ਦੇ ਵਿੱਚੋਂ ਆਈਸਿਸ ਦਾ ਕਬਜ਼ਾ ਖਤਮ ਕਰ ਦਿੱਤਾ ਹੈ। ਇਸ ਦੇ ਵਿੱਚ ਅਨਮੈਨਡ ਅਤੇ ਮੈਨਡ 에ਅਰਕ੍ਰਾਫਟ ਵਰਤੇ ਗਏ। ਹਾਲਾਂਕਿ US ਨੇ ਕਿਹਾ ਕਿ ਇਸ ਦੇ ਵਿੱਚ ਕਿਸੇ ਵੀ ਫੁੱਟ ਸੋਲਜਰ ਨੂੰ US ਵੱਲੋਂ ਨਹੀਂ ਭੇਜਿਆ ਗਿਆ ਤੇ US ਨੇ ਸਿਰਫ 에ਅਰ ਸਟ੍ਰਾਈਕਸ ਦੇ ਵਿੱਚ ਹੀ ਮਦਦ ਦਿੱਤੀ। ਹਾਲਾਂਕਿ ਟਰਕੀ ਦਾ ਸੀਰੀਆ ਦੇ ਵਿੱਚ ਬਾਰਡਰ ਦੇ ਅੰਦਰ ਆ ਕੇ ਆਈਸਿਸ ਦੇ ਉੱਤੇ ਹਮਲਾ ਕਰਨਾ ਸੀਰੀਆ ਸਰਕਾਰ ਨੂੰ ਕੁਝ ਖਾਸ ਰਾਸ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਕਿ ਸੀਰੀਆ ਦੀ ਜ਼ਮੀਨ ਦੇ ਉੱਤੇ ਜੇਕਰ ਕੋਈ ਵੀ ਲੜਾਈ ਆਈਸਿਸ ਦੇ ਖਿਲਾਫ ਲੜਨੀ ਹੈ ਤਾਂ ਉਸ ਦੇ ਵਿੱਚ ਸੀਰੀਅਨ ਸਰਕਾਰ ਦੀ ਵੀ ਭਾਗੀਦਾਰੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੇ ਨਾਲ ਮਿਲ ਕੇ ਹੀ ਆਈਸਿਸ ਦੇ ਖਿਲਾਫ ਲੜਾਈ ਲੜਨੀ ਹੋਵੇਗੀ। LA ਦੇ ਨਜ਼ਦੀਕ ਗੌਰਮਨ ਏਰੀਆ ਦੇ ਵਿੱਚ 3 ਬੱਚੇ ਜਿਨ੍ਹਾਂ ਨੂੰ ਕਿਡਨੈਪ ਕੀਤਾ ਗਿਆ ਸੀ ਅਤੇ ਉਹਨਾਂ ਦੀ ਮਾਂ ਨੂੰ ਮਰੀ ਹੋਈ ਪਾਇਆ ਗਿਆ ਸੀ, ਉਹ 3 ਬੱਚੇ ਹੁਣ ਪੁਲਿਸ ਨੇ ਲੱਭ ਲਏ ਹਨ ਅਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਸਹੀ ਸਲਾਮਤ ਹੈ। ਪਰ ਜੋ 2 ਲੋਕ ਜਿਨ੍ਹਾਂ ਦੇ ਉੱਤੇ ਸ਼ੱਕ ਹੈ ਕਿ ਉਹਨਾਂ ਨੇ ਇਹ ਕਿਡਨੈਪਿੰਗ ਕੀਤੀ ਅਤੇ ਉਹਨਾਂ ਦੀ ਮਾਂ ਨੂੰ ਮਾਰਿਆ, ਉਹ ਹਜੇ ਤੱਕ ਫਰਾਰ ਹਨ। ਇਹ 2 ਕਿਡਨੈਪਰ ਜੋਸ਼ੂਆ ਰੌਬਰਟਸਨ ਉਮਰ 27 ਸਾਲ ਅਤੇ ਬ੍ਰਿਟਨੀ ਹੰਫਰੀ ਉਮਰ 22 ਸਾਲ ਆਖਰੀ ਵਾਰ ਕੈਲੀਫੋਰਨੀਆ ਦੇ ਕਿੰਬਰਲੀ ਦੇ ਵਿੱਚ 3 ਬੱਚਿਆਂ ਦੇ ਨਾਲ ਦੇਖੇ ਗਏ ਸਨ। ਪੁਲਿਸ ਨੇ ਦੱਸਿਆ ਕਿ ਇਹ 3 ਬੱਚੇ ਐਲਬਕਰਕੀ ਦੇ ਵਿੱਚ ਇੱਕ ਮੋਟਲ ਦੇ ਵਿੱਚ ਪਾਏ ਗਏ। ਇਹਨਾਂ 3 ਬੱਚਿਆਂ ਦੀ ਫੈਮਿਲੀ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸਹੀ ਸਲਾਮਤ ਮਿਲ ਗਏ ਹਨ, ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਲਗਾਤਾਰ ਜਾਂਚ ਦੇ ਵਿੱਚ ਜੁਟੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਉਹ ਉਹਨਾਂ ਦੀ ਮਾਂ ਨੂੰ ਮਰਡਰ ਕਰਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਚੱਕ ਕੇ ਲੈ ਕੇ ਗਏ ਸਨ। ਫਲੋਰੀਡਾ ਦੀ ਗਵਰਨਰ ਰਿਕ ਸਕਾਟ ਨੇ ਕੰਪਲੇਨ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਜ਼ੀਕਾ ਵਾਇਰਸ ਦੇ ਖਿਲਾਫ ਲੜਾਈ ਲੜਨ ਦੇ ਵਿੱਚ ਕੁਝ ਖਾਸ ਕਦਮ ਨਹੀਂ ਚੱਕ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਜ਼ੀਕਾ ਐਂਟੀਬਾਡੀ ਟੈਸਟ ਅਤੇ ਲੈਬੋਰੇਟਰੀ ਸਪੋਰਟ ਦੀ ਮੰਗ ਕੀਤੀ ਹੈ, ਜੋ ਹਜੇ ਤੱਕ ਪੂਰੀ ਨਹੀਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਜ਼ੀਕਾ ਵਾਇਰਸ ਉਹਨਾਂ ਦੀ ਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਫਲੋਰੀਡਾ ਦੇ ਵਿੱਚ ਕਈ ਟੂਰਿਸਟ ਪਲੇਸਿਸ ਦੇ ਉੱਤੇ ਜ਼ੀਕਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਪਹਿਲਾਂ ਸ਼ੁਰੂਆਤੀ ਤੌਰ ਦੇ ਉੱਤੇ ਜ਼ੀਕਾ ਵਾਇਰਸ ਦੇ ਜ਼ਿਆਦਾਤਰ ਕੇਸਿਸ ਉਹਨਾਂ ਦੇ ਵਿੱਚ ਪਾਏ ਗਏ ਜੋ ਕਿ ਸਾਊਥ ਅਮਰੀਕਾ ਦੇਸ਼ਾਂ ਦੀਆਂ ਯਾਤਰਾ ਕਰਕੇ ਆਏ ਸਨ, ਪਰ ਹੁਣ ਲੋਕਲ ਰੈਜ਼ੀਡੈਂਟ ਦੇ ਵਿੱਚ ਵੀ ਇਹ ਕੇਸ ਪਾਏ ਗਏ ਹਨ। ਫੈਡਰਲ ਹੈਲਥ ਆਫੀਸ਼ੀਅਲਸ ਨੇ ਪਹਿਲਾਂ ਹੀ ਪ੍ਰੈਗਨੈਂਟ ਵੂਮਨ ਨੂੰ ਮਾਇਆਮੀ ਬੀਚ ਅਤੇ ਫਲੋਰੀਡਾ ਦੇ ਵਿੱਚ ਉਹ ਇਲਾਕੇ ਜਿੱਥੇ ਕਿ ਮੱਛਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਜਾਣ ਤੋਂ ਮਨ੍ਹਾ ਕੀਤਾ ਹੈ। ਇਹ ਜ਼ੀਕਾ ਵਾਇਰਸ ਸਭ ਤੋਂ ਪਹਿਲਾਂ ਬ੍ਰਾਜ਼ੀਲ ਦੇ ਵਿੱਚ ਮਿਲਿਆ ਸੀ ਅਤੇ ਬਾਅਦ ਦੇ ਵਿੱਚ ਕਈ ਸਾਊਥ ਅਮਰੀਕਨ ਦੇਸ਼ਾਂ ਦੇ ਵਿੱਚ ਇਹ ਫੈਲ ਗਿਆ ਤੇ ਹੁਣ ਅਮਰੀਕਾ ਦੇ ਵਿੱਚ ਵੀ ਜ਼ੀਕਾ ਵਾਇਰਸ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਇਸ ਦੇ ਨਾਲ ਜਨਮ ਲੈਣ ਵਾਲੇ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਕਿਉਂਕਿ ਉਸ ਦਾ ਮਾਨਸਿਕ ਵਿਕਾਸ ਬਿਲਕੁਲ ਵੀ ਨਹੀਂ ਹੁੰਦਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 78 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 57 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸਟਾਕਟਨ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਮੋਡੈਸਟੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 78 ਡਿਗਰੀ
ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਸੀਐਟਲ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਨਿਊਯਾਰਕ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 75 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਤੇ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 65 ਅੰਕਾਂ ਦੀ ਗਿਰਾਵਟ ਦੇ ਨਾਲ 18,481.48 ਤੇ ਬੰਦ ਹੋਇਆ। ਨੈਸਡੈਕ 42 ਅੰਕਾਂ ਦੀ ਗਿਰਾਵਟ ਦੇ ਨਾਲ 5,217.70 ਤੇ ਬੰਦ ਹੋਇਆ। S&P 11 ਅੰਕਾਂ ਦੀ ਗਿਰਾਵਟ ਦੇ ਨਾਲ 2,175.44 ਤੇ ਬੰਦ ਹੋਇਆ ਅਤੇ ਵਿਲਸ਼ਰ 5000 127 ਅੰਕਾਂ ਦੀ ਗਿਰਾਵਟ ਦੇ ਨਾਲ 22,592.2 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 14.93 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 58 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 52 ਰੁਪਏ 28 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 99 ਰੁਪਏ 44 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 76 ਰੁਪਏ 12 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 47 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 46 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 99 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 179 ਰੁਪਏ 30 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 224 ਰੁਪਏ 38 ਪੈਸੇ। ਸੋਨੇ ਦਾ ਰੇਟ $1325.77 ਪਰ ਆਉਂਸ ਰਿਹਾ ਅਤੇ ਚਾਂਦੀ $18.57 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।